ਪੰਜਾਬੀ ਨਾਟਕ ਦੇ ਜਨਮ ਬਾਰੇ ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਇਹ 1913 ਦੇ ਵਿੱਚ ਈਸ਼ਵਰ ਚੰਦਰ ਨੰਦਾ ਜੀ ਦੇ ਲਿਖੇ ਨਾਟਕ ਸੁਹਾਗ ਦੇ ਨਾਲ ਹੋਇਆ। ਔਰ ਇਸ ਨੂੰ ਪੇਸ਼ ਕਰਨ ਵਾਲੇ, ਇਸ ਧਾਰਨਾ ਨੂੰ ਪੇਸ਼ ਕਰਨ ਵਾਲੇ ਲਗਭਗ ਇਸ ਨੂੰ ਮਿੱਥ ਬਣਾ ਦਿੰਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਈਸ਼ਵਰ ਚੰਦਰ ਨੰਦੇ ਨੇ ਨੋਰਾ ਰਿਚਰਡ ਦੀ ਪ੍ਰੇਰਨਾ ਨਾਲ ਇੱਕ ਨਾਟਕ ਲਿਖਿਆ ਤੇ ਇਸ ਨਾਟਕ ਦੇ ਨਾਲ ਪੰਜਾਬੀ ਨਾਟ ਕਲਾ ਦਾ, ਪੰਜਾਬੀ ਨਾਟ ਪਰੰਪਰਾ ਦਾ ਜਨਮ ਹੋ ਗਿਆ। ਇਹ ਧਾਰਨਾ ਥੋੜੇ ਬਹੁਤ ਫਰਕ ਦੇ ਨਾਲ ਪੱਛਮ ਦੇ ਵਿੱਚ ਵੀ ਪਾਈ ਜਾਂਦੀ ਹੈ। ਜਦੋਂ ਅਰਸਤੂ ਵਿਸ਼ਵ ਸਭਿਅਤਾ ਉੱਤੇ ਨਾਟ ਕਲਾ ਦੇ ਜਨਮ ਦੇ ਸੰਬੰਧ ਵਿੱਚ ਅਜਿਹੀ ਇੱਕ ਧਾਰਨਾ ਪੇਸ਼ ਕਰਦੇ ਹੈ ਕਿ ਯੂਨਾਨ ਦੇ ਵਿੱਚ ਹਰ ਸਾਲ ਡਾਇਨਾਸਿਸ ਦੇਵਤੇ ਦੀ ਉਸਤਤੀ ਵਿੱਚ ਜੋ ਸਮਾਰੋਹ ਹੁੰਦੇ ਸਨ, ਇੱਦਾਂ ਹੀ ਮੰਚ ਦੇ ਉੱਤੇ ਇੱਕ ਸਮਾਰੋਹ ਚੱਲ ਰਿਹਾ ਸੀ, ਇੱਕ ਫੰਕਸ਼ਨ ਹੋ ਰਿਹਾ ਸੀ ਤੇ ਸਟੇਜ ਦੇ ਉੱਤੇ ਕੋਰਸ ਗਾ ਰਿਹਾ ਸੀ। ਅਚਾਨਕ ਇੱਕ ਸਿੰਗਰ, ਇੱਕ ਗਾਇਕ ਕੋਰਸ ਵਾਲੀ ਲਾਈਨ ਛੱਡ ਕੇ ਬਾਹਰ ਆਇਆ ਤੇ ਉਸ ਨੇ ਗੀਤ ਦੀਆਂ ਪੰਕਤੀਆਂ ਦੇ ਅਨੁਰੂਪ ਡਾਇਲੌਗ ਬੋਲਣੇ ਸ਼ੁਰੂ ਕਰ ਦਿੱਤੇ ਤੇ ਇਸ ਨਾਲ ਨਾਟਕ ਕਲਾ ਦਾ ਜਨਮ ਹੋ ਗਿਆ। ਸਾਡੇ ਇੱਧਰ ਨਾਟਯ ਸ਼ਾਸਤਰ ਦੇ ਵਿੱਚ ਭਰਤ ਮੁਨੀ ਇਹ ਦਾਅਵਾ ਕਰਦੇ ਨੇ ਕਿ ਖੁਦ ਬ੍ਰਹਮਾ ਨੇ ਉਹਨਾਂ ਨੂੰ ਸੱਦ ਕੇ ਇਹ ਡਿਊਟੀ ਲਗਾਈ ਕਿ ਉਹ 4 ਵੇਦਾਂ ਦੇ ਸਮਾਂਤਰ ਇੱਕ 5ਵੇਂ ਨਾਟ ਵੇਦ ਦੀ ਰਚਨਾ ਕਰਨ, ਜਿਹੜਾ ਕਿ ਚਾਰੇ ਵਰਨਾਂ ਦੇ ਲੋਕਾਂ ਲਈ ਸਾਂਝਾ ਹੋਵੇ, ਇਸ ਦੇ ਵਿੱਚ ਮਨੋਰੰਜਨ ਦੇ ਤੱਤ ਵੀ ਹੋਣ ਤੇ ਇਹ ਲੋਕ ਹਿੱਤ ਦੇ ਮਨੋਰਥ ਨੂੰ ਸਮਰਪਿਤ ਹੋਵੇ। ਤਾਂ ਉਹ ਕਹਿੰਦੇ ਨੇ ਕਿ ਮੈਂ ਦੁਨੀਆ ਦੇ ਉੱਤੇ ਸਭ ਤੋਂ ਪਹਿਲਾ ਨਾਟਕ ਲਿਖਿਆ, ਖੇਡਿਆ। ਇਸ ਤਰ੍ਹਾਂ ਨਾਟ ਕਲਾ ਦਾ ਜਨਮ ਹੋਇਆ। ਤਾਂ ਠੀਕ ਇਸੇ ਤਰੀਕੇ ਪੰਜਾਬੀ ਨਾਟਕ ਦੇ ਵਿੱਚ, ਪੰਜਾਬੀ ਨਾਟਕ ਦੇ ਜਨਮ ਦੇ ਬਾਰੇ ਵੀ ਈਸ਼ਵਰ ਚੰਦਰ ਨੰਦਾ ਵਾਲੀ ਇਹ ਮਿੱਥ ਜਿਹੜੀ ਹੈ ਉਹ ਪ੍ਰਸਾਰੀ ਜਾਂਦੀ ਹੈ। ਮੈਨੂੰ ਲੱਗਦਾ ਕਿ ਅਜਿਹੀਆਂ ਧਾਰਨਾਵਾਂ ਜਿਹੜੀਆਂ ਕਿ ਲਗਭਗ ਮਿੱਥ ਦੇ ਪੱਧਰ ਤੇ ਜਾ ਕੇ ਵਿਚਰਦੀਆਂ ਨੇ, ਪੇਸ਼ ਹੁੰਦੀਆਂ ਨੇ, ਇਹ ਸਾਡੀ ਆਦਮ ਬਿਰਤੀ ਦੀਆਂ ਸੂਚਕ ਨੇ। ਆਦਮ ਬਿਰਤੀ ਕਿਉਂਕਿ ਮਨੁੱਖ ਕੋਲ ਜਦੋਂ ਅਗਿਆਨ ਸੀ, ਮਨੁੱਖ ਨੂੰ ਪਤਾ ਨਹੀਂ ਸੀ, ਜੰਗਲਾਂ ਵਿੱਚੋਂ ਨਿਕਲ ਕੇ ਆਇਆ ਸੀ, ਉਸ ਦੇ ਲਈ ਹਰ ਇੱਕ ਨਵੀਂ ਸਮਾਜਿਕ ਸੰਰਚਨਾ, ਭਾਵੇਂ ਉਹ ਕੋਈ ਧਾਰਮਿਕ ਸੰਰਚਨਾ ਸੀ ਜਾਂ ਕੋਈ ਨਵੀਂ ਰਵਾਇਤ ਸੀ, ਭਾਵੇਂ ਉਹ ਕੋਈ ਕਲਾਤਮਿਕ ਚੀਜ਼ ਸੀ, ਸੰਗੀਤ ਸੀ, ਗੀਤ ਸੀ, ਉਸ ਦੇ ਲਈ ਇਹ ਕਿਸੇ ਦੈਵੀ ਚਮਤਕਾਰ ਦਾ ਸਿੱਟਾ ਸੀ। ਜਾਂ ਘੱਟੋ ਘੱਟ ਹਰ ਇੱਕ ਨਵੀਂ ਸੰਰਚਨਾ, ਹਰ ਇੱਕ ਨਵੀਂ ਪਰੰਪਰਾ ਨੂੰ ਕਿਸੇ ਚਮਤਕਾਰੀ ਸ਼ਖਸੀਅਤ ਨਾਲ ਤਾਂ ਪੱਕਾ ਹੀ ਜੋੜ ਦਿੱਤਾ ਜਾਂਦਾ ਸੀ। ਸ਼ਾਇਦ ਇਸੇ ਤਰੀਕੇ ਨਾਲ ਅਸੀਂ ਈਸ਼ਵਰ ਚੰਦਰ ਨੰਦਾ ਦੇ ਨਾਲ ਪੰਜਾਬੀ ਨਾਟਕ ਦੇ ਜਨਮ ਵਾਲਾ ਇਹ ਸੰਕਲਪ ਜੋੜ ਰਹੇ ਹਾਂ, ਇਹ ਧਾਰਨਾ ਜੋੜ ਰਹੇ ਹਾਂ। ਪਰ ਹਕੀਕਤ ਦੇ ਵਿੱਚ ਸਮਾਜ ਉੱਤੇ, ਵਿਸ਼ਵ ਸਭਿਅਤਾ ਦੇ ਇਤਿਹਾਸ ਵਿੱਚ ਕਿਸੇ ਕਲਾ ਦਾ, ਕਿਸੇ ਵਿਧਾ ਦਾ ਰਾਤੋਂ ਰਾਤ ਇਸ ਤਰੀਕੇ ਜਨਮ ਹੋ ਗਿਆ ਹੋਵੇ ਚਮਤਕਾਰ ਵਾਂਗ, ਇਹਦੀ ਕੋਈ ਉਦਾਹਰਨ ਨਹੀਂ ਮਿਲਦੀ। ਮੇਰਾ ਨਹੀਂ ਮੰਨਣਾ ਕਿ ਪੰਜਾਬੀ ਨਾਟਕ ਦਾ ਜਨਮ ਜਿਹੜਾ ਹੈ ਉਹ ਈਸ਼ਵਰ ਚੰਦਰ ਨੰਦੇ ਦੇ ਲਿਖੇ ਇੱਕੋ ਨਾਟਕ ਦੇ ਨਾਲ ਹੋ ਗਿਆ। ਲੇਕਿਨ ਮੈਂ ਇੱਥੇ ਸਪਸ਼ਟ ਕਰ ਦਿਆਂ ਕਿ ਪੰਜਾਬੀ ਨਾਟਕ ਦੇ ਜਨਮ ਪਿੱਛੇ ਈਸ਼ਵਰ ਚੰਦਰ ਨੰਦੇ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ। ਇਸ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ। ਈਸ਼ਵਰ ਚੰਦਰ ਨੰਦੇ ਦਾ ਮਹੱਤਵ ਬਹੁਤ ਵੱਡਾ ਹੈ, ਮੈਂ ਬਿਲਕੁਲ ਉਸ ਤੋਂ ਇਨਕਾਰ ਨਹੀਂ ਕਰਦਾ। ਪਰ ਇਹ ਉਹਨਾਂ ਅਰਥਾਂ ਵਿੱਚ ਨਹੀਂ ਹੈ ਜਿਨ੍ਹਾਂ ਅਰਥਾਂ ਵਿੱਚ ਅਸੀਂ ਆਮ ਤੌਰ ਤੇ ਲੈਂਦੇ ਹਾਂ ਕਿ ਠੀਕ ਹੈ, ਈਸ਼ਵਰ ਚੰਦਰ ਨੰਦੇ ਨੇ ਇੱਕ ਨਾਟਕ ਲਿਖਿਆ ਤੇ ਪੰਜਾਬੀ ਨਾਟ ਕਲਾ ਦਾ ਜਨਮ ਹੋ ਗਿਆ। ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬੀ ਨਾਟਕ ਦਾ ਜਨਮ ਕਿਸ ਤਰ੍ਹਾਂ ਹੋਇਆ। ਇਸ ਲਈ ਆਪਾਂ ਨੂੰ ਥੋੜਾ ਜਿਹਾ ਪਿੱਛੇ ਚੱਲਣਾ ਪਏਗਾ। ਸਾਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਧਿਆਨ 'ਚ ਰੱਖਣੀ ਪਏਗੀ, ਉਹ ਇਹ ਕਿ ਪੰਜਾਬੀ ਨਾਟਕ ਜਿਸ ਨੂੰ ਅਸੀਂ ਅੱਜ ਜਾਣਦੇ ਹਾਂ, ਜੋ ਸਾਡਾ ਆਧੁਨਿਕ ਪੰਜਾਬੀ ਨਾਟਕ ਹੈ, ਹਾਲਾਂਕਿ ਇਸ ਨੂੰ ਆਧੁਨਿਕ ਕਹਿਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਸਾਡੇ ਕੋਲੇ ਹੈ ਹੀ ਇਹੀ ਨਾਟਕ ਜਿਹੜਾ ਕਿ 20ਵੀਂ ਸਦੀ ਦੇ ਵਿੱਚ ਸਾਨੂੰ ਮਿਲਦਾ ਹੈ। ਇਹ ਆਧੁਨਿਕ ਹੀ ਹੈ, ਇਹੀ ਨਾਟਕ ਹੈ ਸਾਡੇ ਕੋਲ। ਇਸ ਨਾਟਕ ਦੇ ਪਿੱਛੇ ਕੋਈ ਪਰੰਪਰਾ ਨਹੀਂ ਹੈ। 1860 ਦੇ ਵਿੱਚ ਜਦੋਂ ਸਾਡੇ ਇੱਧਰ ਬ੍ਰਿਟਿਸ਼ ਸਾਮਰਾਜ ਆ ਜਾਂਦਾ, ਅੰਗਰੇਜ਼ਾਂ ਦਾ ਰਾਜ ਹੋ ਜਾਂਦਾ ਹੈ, ਤਾਂ ਅਸੀਂ ਜਾਣਦੇ ਹਾਂ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਦੀਲੀਆਂ ਵਾਪਰਦੀਆਂ ਨੇ। ਇਹ ਤਬਦੀਲੀਆਂ ਸਮਾਜਿਕ ਵੀ ਨੇ, ਪ੍ਰਸ਼ਾਸਨਿਕ ਤਾਂ ਹੈ ਹੀ, ਸਮਾਜਿਕ ਵੀ ਨੇ, ਸੱਭਿਆਚਾਰਕ ਵੀ ਨੇ, ਔਰ ਸਭ ਤੋਂ ਵੱਧ ਇਹ ਤਬਦੀਲੀਆਂ ਵਿਦਿਅਕ ਤੇ ਸਾਹਿਤਕ ਨੇ। ਇੱਧਰ ਸਥਾਪਤੀ ਲਈ ਔਰ ਆਪਣਾ ਐਡਮਿਨਿਸਟ੍ਰੇਸ਼ਨ, ਆਪਣਾ ਪ੍ਰਸ਼ਾਸਨ ਚਲਾਉਣ ਦੇ ਲਈ ਅੰਗਰੇਜ਼ਾਂ ਨੂੰ ਸਥਾਨਕ ਪੰਜਾਬੀਆਂ ਦੀ ਲੋੜ ਹੈ। ਪਰ ਪੰਜਾਬੀ ਉਹਨਾਂ ਦੀ ਲੋੜ ਦੇ ਹਾਣ ਦੇ ਤਾਂ ਹੀ ਹੋ ਸਕਦੇ ਨੇ ਜੇ ਉਹ ਪੜ੍ਹੇ ਲਿਖੇ ਹੋਣ,
ਤੇ ਹੁਣ ਅੰਗਰੇਜ਼ ਜਿਹੜੇ ਨੇ ਉਹ ਇੱਧਰ ਵਿਦਿਅਕ ਢਾਂਚੇ ਦੀ ਸਥਾਪਨਾ ਕਰਦੇ ਨੇ, ਸਕੂਲ ਖੋਲ੍ਹਦੇ ਨੇ, ਕਾਲਜ ਖੋਲ੍ਹਦੇ ਨੇ, ਯੂਨੀਵਰਸਿਟੀਆਂ ਖੋਲ੍ਹਦੇ ਨੇ ਤੇ ਸਾਡੇ ਪੰਜਾਬੀ ਜਿਹੜੇ ਨੇ ਹੁਣ ਇੱਕ ਨਵੀਂ ਕਿਸਮ ਦੀ ਵਿੱਦਿਆ ਦੇ ਰੂਬਰੂ ਹੁੰਦੇ ਨੇ। ਇਸ ਵਿੱਦਿਆ ਵਿੱਚ ਬਕਾਇਦਾ ਇੱਕ ਸਿਲੇਬਸ ਹੈ ਔਰ ਸਿਲੇਬਸ ਦੇ ਵਿੱਚ ਹਿਸਾਬ ਕਿਤਾਬ ਤੋਂ ਇਲਾਵਾ, ਅੰਗਰੇਜ਼ੀ ਤੋਂ ਇਲਾਵਾ ਥੋੜ੍ਹੀ ਦੇਰ ਬਾਅਦ ਪੰਜਾਬੀ ਵੀ ਪੜ੍ਹਾਈ ਜਾਣ ਲੱਗਦੀ ਹੈ ਔਰ ਖ਼ਾਸ ਚੀਜ਼ ਇਹ ਹੈ ਕਿ ਇਸ ਦੇ ਵਿੱਚ ਸਾਹਿਤ ਪੜ੍ਹਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਹਿਤ ਸਾਡੇ ਲਈ ਅਧਿਐਨ ਦਾ ਵਿਸ਼ਾ ਨਹੀਂ ਹੈ। ਅਸੀਂ ਸਾਹਿਤ ਨੂੰ ਵੀ ਦੈਵੀ ਚਮਤਕਾਰ ਨਾਲ ਹੀ ਜੋੜ ਕੇ ਬੈਠੇ ਹਾਂ ਕਿ ਜਿਹੜੇ ਸਾਹਿਤਕਾਰ ਹੁੰਦੇ ਨੇ ਉਹ ਦੈਵੀ ਮਨੁੱਖੀ ਹੁੰਦੇ ਨੇ, ਉਹ ਚਮਤਕਾਰੀ ਸ਼ਖਸੀਅਤਾਂ ਹੁੰਦੀਆਂ ਨੇ, ਉਹ ਤਾਂ ਰੱਬੀ ਗੁਣਾਂ ਵਾਲੇ ਲੋਕ ਹੁੰਦੇ ਨੇ। ਅਸੀਂ ਉਹਨਾਂ ਦੀ ਰਚਨਾ ਨੂੰ ਸਿਰਫ ਸੁਣਦੇ ਹਾਂ, ਮਾਣਦੇ ਹਾਂ, ਤਾੜੀਆਂ ਮਾਰਦੇ ਹਾਂ। ਅਸੀਂ ਉਹਨਾਂ ਉੱਪਰ ਅਧਿਐਨ ਕਰਨ ਦੀ, ਕਿੰਤੂ ਪ੍ਰੰਤੂ ਕਰਨ ਦੀ ਸੋਚ ਵੀ ਨਹੀਂ ਸੀ ਸਕਦੇ। ਪਰ ਹੁਣ ਸਿਲੇਬਸ ਦੇ ਵਿੱਚ ਜੋ ਚੀਜ਼ਾਂ ਲੱਗੀਆਂ ਨੇ ਸਾਡੇ ਕੋਲ, ਅਸੀਂ ਉਸ ਨੂੰ ਪੜ੍ਹ ਸਕਦੇ ਹਾਂ ਤੇ ਉਸ ਤੋਂ ਪ੍ਰੇਰਿਤ ਹੋ ਸਕਦੇ ਹਾਂ, ਅਧਿਐਨ ਕਰ ਸਕਦੇ ਹਾਂ। ਤਾਂ ਸਾਨੂੰ ਪਹਿਲੀ ਵਾਰ ਇੱਕ ਚੀਜ਼ ਸਮਝ ਆਉਂਦੀ ਹੈ ਕਿ ਸਾਹਿਤ ਅਧਿਐਨ ਦਾ ਵੀ ਵਿਸ਼ਾ ਹੈ ਔਰ ਬਾਕੀ ਸਾਹਿਤ ਦੇ ਨਾਲ ਨਾਲ ਅਸੀਂ ਦੋ ਨਾਟਕਕਾਰ ਜਿਹੜੇ ਹੈ ਉਹ ਪਹਿਲੀ ਵਾਰ ਪੜ੍ਹਦੇ ਹਾਂ। ਉਹ ਹੈ ਸ਼ੇਕਸਪੀਅਰ ਤੇ ਦੂਜਾ ਹੈ ਕ੍ਰਿਸਟੋਫਰ ਮਾਰਲੋ। ਤਾਂ ਹੁਣ ਸਾਨੂੰ ਸਮਝ ਲੱਗਦੀ ਹੈ ਕਿ ਕਵਿਤਾ ਵੀ ਹੁੰਦੀ ਹੈ, ਕਹਾਣੀ ਵੀ ਹੁੰਦੀ ਹੈ ਔਰ ਇਸ ਤਰੀਕੇ ਨਾਲ ਨਾਟਕ ਵੀ ਹੁੰਦਾ ਹੈ। ਹਾਲਾਂਕਿ ਅੰਗਰੇਜ਼ੀ ਵਿਦਿਅਕ ਢਾਂਚੇ ਦੇ ਰਾਹੀਂ ਜਾਂ ਅੰਗਰੇਜ਼ੀ ਵਿਦਿਅਕ ਢਾਂਚੇ ਦੇ ਸਿਲੇਬਸਾਂ ਦੇ ਰਾਹੀਂ ਨਾਟਕ ਦੀ ਜਾਣ ਪਛਾਣ ਸਾਡੇ ਲਈ ਨਵੀਂ ਨਹੀਂ ਸੀ। ਸਾਡੇ ਲਈ ਨਾਟਕ ਦਾ ਵਿਧਾ ਕੋਈ ਨਵੀਂ ਨਹੀਂ ਸੀ। ਅਸੀਂ ਸੰਸਕ੍ਰਿਤ ਨਾਟਕ ਦੇ ਹਵਾਲੇ ਨਾਲ ਨਾਟਕ ਕਲਾ ਨੂੰ ਜਾਣਦੇ ਸਨ ਔਰ ਸਾਡੇ ਪਿੰਡਾਂ ਦੇ ਵਿੱਚ ਲੋਕ ਨਾਟ ਰੂਪ ਵੀ ਪਏ ਸਨ, ਉਹ ਵੀ ਇਸ ਨੂੰ ਨਾਟਕ ਹੀ ਕਹਿੰਦੇ ਸਨ। ਤਾਂ ਇਸ ਤਰੀਕੇ ਨਾਲ ਇਹ ਵਿਧਾ ਸਾਡੇ ਲਈ ਨਵੀਂ ਨਹੀਂ ਸੀ। ਸਾਡੀ ਚੇਤਨਾ ਦੇ ਵਿੱਚ ਕਿਤੇ ਨਾ ਕਿਤੇ, ਸਾਡੀ ਇਤਿਹਾਸਕ ਚੇਤਨਾ ਦੇ ਵਿੱਚ ਸੰਸਕ੍ਰਿਤ ਨਾਟਕ ਪਿਆ ਸੀ ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਰਾਹੀਂ ਨਾਟਕ ਨੂੰ ਅੰਗਰੇਜ਼ੀ ਤਰੀਕੇ ਨਾਲ, ਨਵੇਂ ਤਰੀਕੇ ਨਾਲ ਪੜ੍ਹਦੇ ਹਾਂ, ਨਾਲ ਦੀ ਨਾਲ ਅਸੀਂ ਆਪਣੇ ਸੰਸਕ੍ਰਿਤ ਨਾਟਕ ਦੇ ਨਾਲ ਆਪਣੇ ਕਨੈਕਸ਼ਨ ਲੱਭਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਪਰ ਅਨਫਾਰਚੂਨੇਟਲੀ ਮੰਦੇ ਭਾਗਾਂ ਨੂੰ ਇਹ ਰਾਬਤਾ, ਇਹ ਸੰਪਰਕ ਸਾਡਾ ਟੁੱਟ ਚੁੱਕਿਆ ਕਿਉਂਕਿ 19ਵੀਂ ਸਦੀ ਦੇ ਜਾਂਦੇ ਜਾਂਦੇ ਪੰਜਾਬ ਦੇ ਰਾਜਨੀਤਿਕ ਮਾਹੌਲ ਦੇ ਵਿੱਚ ਇੱਕ ਅਜਿਹੀ ਫਿਰਕੂ ਜ਼ਹਿਰ ਘੁਲ ਚੁੱਕੀ ਹੈ ਕਿ ਪੰਜਾਬੀ ਜਿਹੜੀ ਹੈ ਉਹ ਹੁਣ ਸਿੱਖਾਂ ਦੀ ਬੋਲੀ ਹੋ ਚੁੱਕੀ ਹੈ ਔਰ ਹਿੰਦੀ ਹਿੰਦੂਆਂ ਦੀ ਬੋਲੀ ਹੋ ਚੁੱਕੀ ਹੈ, ਉਰਦੂ ਜਿਹੜੀ ਹੈ ਉਹ ਮੁਸਲਮਾਨਾਂ ਨਾਲ ਨੱਥੀ ਹੋ ਚੁੱਕੀ ਹੈ। ਇਸ ਦਾ ਪਹਿਲਾ ਝਟਕਾ ਪੰਜਾਬੀ ਸਾਹਿਤ ਨੂੰ ਲੱਗਦਾ, ਪੰਜਾਬੀ ਨਾਟਕ ਤੇ ਰੰਗਮੰਚ ਨੂੰ ਲੱਗਦਾ ਕਿ ਪੰਜਾਬੀ ਨਾਟਕ ਤੇ ਰੰਗਮੰਚ ਇਸ ਦੌਰ ਦੇ ਵਿੱਚ ਸੰਸਕ੍ਰਿਤ ਨਾਟਕ ਜਾਂ ਭਾਰਤੀ ਨਾਟਕ ਦੀ ਪਰੰਪਰਾ ਨਾਲ ਨਹੀਂ ਜੁੜ ਸਕਦਾ ਕਿਉਂਕਿ ਉਹ ਹਿੰਦੀ ਦੇ ਰਾਹੀਂ ਅਸੀਂ ਸੰਸਕ੍ਰਿਤ ਤੋਂ ਵੀ ਟੁੱਟ ਚੁੱਕੇ ਹਾਂ। ਇਹੀ ਫਰਕ ਹੈ ਪੰਜਾਬੀ ਤੇ ਅੰਗਰੇਜ਼ੀ ਨਾਟਕ ਦੇ ਪੁਨਰ ਉਥਾਨ ਦੇ ਨਾਲ। ਤੁਸੀਂ ਧਿਆਨ ਦਿਓ ਕਿ ਇਹ ਪੰਜਾਬ ਦੇ ਵਿੱਚ ਅੰਗਰੇਜ਼ੀ ਸਭਿਅਤਾ ਦੇ ਪ੍ਰਭਾਵ ਅਧੀਨ ਸਮਾਜ ਬਿਲਕੁਲ ਬਦਲ ਰਿਹਾ ਹੈ, ਜ਼ਿੰਦਗੀ ਬਿਲਕੁਲ ਬਦਲ ਰਹੀ ਹੈ। ਨਵੇਂ ਤੇ ਆਧੁਨਿਕ ਵਿਚਾਰਾਂ ਤੇ ਵਿਗਿਆਨਿਕ ਵਿਚਾਰਾਂ ਦਾ ਪਸਾਰ ਹੋ ਰਿਹਾ ਚਾਰੇ ਪਾਸੇ। ਹੁਣ ਅਸੀਂ ਜ਼ਿੰਦਗੀ ਨੂੰ ਵਿਗਿਆਨਿਕ ਢੰਗ ਨਾਲ ਦੇਖਣ ਦੀ ਕੋਸ਼ਿਸ਼ ਸਿੱਖ ਰਹੇ ਹਾਂ। ਠੀਕ ਅਜਿਹੀ ਸਥਿਤੀ 14ਵੀਂ 15ਵੀਂ 16ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਵੀ ਤਾਂ ਵਾਪਰੀ, ਜਿਸ ਨੂੰ ਅੱਜ ਅਸੀਂ ਰੈਨੇਸਾਂ ਪੀਰੀਅਡ ਕਹਿੰਦੇ ਹਾਂ, ਰੈਨੇਸਾਂ ਕਹਿੰਦੇ ਹਾਂ। ਤਾਂ ਠੀਕ ਰੈਨੇਸਾਂ ਵਾਂਗ ਇਹ ਪੁਨਰ ਜਾਗਰਣ ਕਾਲ ਹੈ ਪੰਜਾਬੀਆਂ ਦਾ। ਪਰ ਯੂਰਪ ਦੇ ਲੋਕਾਂ ਕੋਲ ਇੱਕ ਵਾਧਾ ਹੈ। ਜਦੋਂ ਯੂਰਪ ਦੇ ਵਿੱਚ ਰੈਨੇਸਾਂ ਵਾਪਰਦਾ ਹੈ ਤਾਂ ਉੱਥੇ ਰੰਗਮੰਚ ਤੇ ਨਾਟਕ ਕਰਮੀ ਜਿਹੜੇ ਨੇ, ਜਦੋਂ ਉਹਨਾਂ ਨੂੰ ਨਾਟਕ ਲਿਖਣ ਤੇ ਰੰਗਮੰਚ ਕਰਨ ਦੇ ਲਈ ਕੋਈ ਅਧਿਐਨ ਦੇ ਲਈ ਖਾਸ ਤੌਰ ਤੇ ਨਵੇਂ ਨੇਮ ਵਿਧਾਨ ਚਾਹੀਦੇ ਨੇ, ਦਿਸ਼ਾ ਨਿਰਦੇਸ਼ ਚਾਹੀਦੇ ਨੇ, ਕਿਹੋ ਜਿਹੇ ਨਾਟਕ ਲਿਖੇ ਜਾਣ, ਉਹਨਾਂ ਵਿੱਚ ਕੀ ਕੀ ਖਾਸੀਅਤਾਂ ਹੋਣ, ਤਾਂ ਉਹ ਫੌਰਨ ਆਪਣੇ ਅਤੀਤ ਭਾਵ ਅਰਸਤੂ ਪੀਰੀਅਡ ਵੱਲ ਵਾਪਸ ਮੁੜ ਜਾਂਦੇ ਨੇ, ਉਸ ਪਰੰਪਰਾ ਨੂੰ ਲੱਭ ਲਿਆਉਂਦੇ ਨੇ। ਔਰ ਪੰਜਾਬੀ ਕਿਉਂਕਿ ਸੰਸਕ੍ਰਿਤ ਤੋਂ ਟੁੱਟ ਚੁੱਕੇ ਨੇ ਤਾਂ ਹੁਣ ਪੰਜਾਬੀ ਸੰਸਕ੍ਰਿਤ ਪਰੰਪਰਾ ਵੱਲ ਨਹੀਂ ਮੁੜ ਪਾਉਂਦੇ। ਇਹ ਪਹਿਲਾ ਝਟਕਾ ਪੰਜਾਬੀ ਨਾਟਕ ਤੇ ਰੰਗਮੰਚ ਲਈ। ਤਾਂ ਹੁਣ ਸਾਡੇ ਕੋਲੇ ਜੋ ਲੋਕ ਨਾਟਕ ਰੂਪ ਪਹੁੰਚੇ ਨੇ ਉਹ ਵੀ ਬਹੁਤ ਖਾਸ ਨਹੀਂ। ਸਾਰੇ ਮੱਧਕਾਲ ਦੇ ਵਿੱਚ ਸਾਨੂੰ ਲੜਨਾ ਪਿਆ, ਸਾਡੇ ਉੱਪਰ ਹਮਲੇ ਹੋਏ ਔਰ ਇਹੋ ਜਿਹੀ ਰਾਜਨੀਤਿਕ ਅਸਥਿਰਤਾ ਵਿੱਚ ਨਾਟਕ ਕਲਾ ਸਰਵਾਈਵ ਨਹੀਂ ਕਰ ਸਕਦੀ, ਨਾਟਕ ਕਲਾ ਨਹੀਂ ਜਿਉਂਦੀ ਰਹਿ ਸਕਦੀ। ਤਾਂ ਹੁਣ ਜਿਹੜੇ ਸਾਡੇ ਕੋਲੇ ਲੋਕ ਨਾਟਕ ਦੇ ਅਵਸ਼ੇਸ਼ ਹੀ ਪਹੁੰਚੇ ਨੇ, ਇੱਦਾਂ ਕਹੋ ਕਿ ਖੰਡਰ ਰੂਪ ਇਮਾਰਤਾਂ ਸਾਡੇ ਕੋਲ ਪਹੁੰਚੀਆਂ ਨੇ। ਘੱਟੋ ਘੱਟ ਉਹ ਐਡੀ ਸ਼ਕਤੀਸ਼ਾਲੀ ਜਾਂ ਸਮਰਿੱਧ ਪਰੰਪਰਾ ਸਾਡੇ ਕੋਲ ਨਹੀਂ ਹੈ ਲੋਕ ਨਾਟਕ ਦੀ ਕਿ ਉਹ ਆਪਣੇ ਤੌਰ ਤੇ ਦੁਬਾਰਾ ਇਸ ਪੁਨਰ ਜਾਗਰਣ ਕਾਲ ਦੇ ਵਿੱਚ ਪੰਜਾਬੀ ਨਾਟਕ ਤੇ ਰੰਗਮੰਚ ਦਾ ਆਧਾਰ ਬਣ ਸਕਦੀ।
ਪਰ ਇਸ ਸਮੇਂ ਦੌਰਾਨ ਸਾਡੇ ਕੋਲ ਨਾਟਕ ਤੇ ਰੰਗਮੰਚ ਦੇ ਉਭਾਰ ਦੇ ਲਈ ਲਾਹੌਰ ਦੇ ਆਲੇ ਦੁਆਲੇ ਇੱਕ ਖਾਸ ਕਿਸਮ ਦੀ ਰੰਗਮੰਚੀ ਗਤੀਵਿਧੀ ਹੋ ਰਹੀ ਹੈ, ਜਿਹੜੀ ਪੰਜਾਬੀ ਨਾਟਕ ਦੇ ਲਈ ਘੱਟੋ ਘੱਟ ਇੱਕ ਜਾਂ ਖਾਸ ਤੌਰ ਤੇ ਪੰਜਾਬੀ ਰੰਗਮੰਚ ਦੇ ਲਈ ਪ੍ਰੇਰਨਾ ਸਰੋਤ ਵਾਂਗ ਕੰਮ ਕਰਦੀ ਹੈ। ਉਹ ਹੈ ਪਾਰਸੀ ਰੰਗਮੰਚ ਦੀ। ਅੰਗਰੇਜ਼ਾਂ ਦਾ ਪੂਰੇ ਦੇਸ਼ ਤੇ ਕਬਜ਼ਾ ਹੋ ਚੁੱਕਿਆ, ਜਿਨ੍ਹਾਂ ਵਿੱਚੋਂ ਦੋ ਸਟੇਟਾਂ ਬੰਗਾਲ ਤੇ ਮਹਾਰਾਸ਼ਟਰ ਵੀ ਨੇ, ਔਰ ਇੱਥੋਂ ਦੀਆਂ ਕੁਝ ਵਪਾਰਕ ਮੰਡਲੀਆਂ ਪਾਰਸੀ ਰੰਗਮੰਚ ਦੀਆਂ ਵਪਾਰਕ ਨੇ, ਉਹ ਸਾਰੇ ਦੇਸ਼ ਵਿੱਚ ਘੁੰਮ ਘੁੰਮ ਕੇ ਨਾਟਕ ਕਰ ਰਹੀਆਂ ਨੇ। ਔਰ 1970 75 80 ਦੇ ਆਸ-ਪਾਸ ਉਹ ਪੰਜਾਬ ਲਾਹੌਰ ਦੇ ਵਿੱਚ ਵੀ ਆ ਕੇ ਨਾਟਕ ਖੇਡਦੀਆਂ ਨੇ। ਨਾਟਕ ਹਾਲਾਂਕਿ ਬਹੁਤੇ ਉਰਦੂ ਵਿੱਚ ਨੇ, ਲੇਕਿਨ ਜੇਸੀ ਓਮਾਨ ਨੇ ਕੁਝ ਪੰਜਾਬੀ ਨਾਟਕ ਵੀ ਇਸ ਵੇਲੇ ਖੇਡੇ ਗਏ, ਉਹਨਾਂ ਦਾ ਹਵਾਲਾ ਆਪਣੀ ਕਿਤਾਬ ਦੇ ਵਿੱਚ ਦਿੱਤਾ ਹੈ। ਉਸਨੇ ਬਕਾਇਦਾ ਇਹ ਵੀ ਦੱਸਿਆ ਕਿ ਇਹ ਨਾਟਕ ਕਿਹੋ ਜਿਹੇ ਪ੍ਰਵੇਸ਼ ਵਿੱਚ, ਕਿਹੋ ਜਿਹੇ ਮਾਹੌਲ ਵਿੱਚ ਖੇਡੇ ਜਾਂਦੇ ਸਨ, ਪੇਸ਼ਕਾਰੀਆਂ ਕਿਵੇਂ ਹੁੰਦੀਆਂ ਸਨ। ਕਹਿ ਸਕਦੇ ਹੋ ਇੱਕ ਤਰੀਕੇ ਨਾਲ ਇਹ ਪੇਸ਼ਕਾਰੀਆਂ ਦਾ ਰਿਵਿਊ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਗਰਲੇ 2 ਦਹਾਕਿਆਂ ਵਿੱਚ, ਭਾਵ 3 ਦਹਾਕਿਆਂ ਦੇ ਵਿੱਚ, 19ਵੀਂ ਸਦੀ ਦੇ 3 ਦਹਾਕਿਆਂ ਦੇ ਵਿੱਚ ਲਾਹੌਰ ਦੇ ਆਸ-ਪਾਸ ਵੱਡੇ ਪੱਧਰ ਤੇ ਰੰਗਮੰਚੀ ਗਤੀਵਿਧੀਆਂ ਹੋ ਰਹੀਆਂ ਸਨ। ਔਰ ਪਾਰਸੀ ਰੰਗਮੰਚ ਦੀਆਂ ਇਹਨਾਂ ਕੰਪਨੀਆਂ ਤੋਂ ਪ੍ਰੇਰਿਤ ਹੋ ਕੇ ਸਾਡੇ ਪੰਜਾਬੀਆਂ ਨੇ ਵੀ ਕੁਝ ਕੰਪਨੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸਨ। ਕੁਝ ਭਾਰਤੀ ਕੰਪਨੀਆਂ ਬਣਾ ਰਹੇ ਸਨ, ਔਰ ਉਹ ਆਪਣੇ ਤਰੀਕੇ ਨਾਲ ਕੰਪਨੀਆਂ ਬਣਾ ਕੇ ਪਾਰਸੀ ਸ਼ੈਲੀ ਦੀਆਂ ਰੰਗਮੰਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਤਾਂ ਹੁਣ ਇੱਕ ਤਰੀਕੇ ਨਾਲ ਇੱਕ ਨਹੀਂ ਬਲਕਿ 4 ਬਹੁਤ ਕਮਜ਼ੋਰ ਪਰੰਪਰਾਵਾਂ ਸਾਡੇ ਕੋਲ ਪਹੁੰਚੀਆਂ, ਤੇ ਉਹ ਚਾਰੇ ਪਰੰਪਰਾਵਾਂ ਰਲ ਕੇ ਪੰਜਾਬੀ ਨਾਟਕ ਦੇ ਲਈ ਇੱਕ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਮੈਂ ਇਹ 4 ਪਰੰਪਰਾਵਾਂ ਤੁਹਾਡੇ ਲਈ ਇੱਕ ਵਾਰ ਦੁਹਰਾਉਣਾ ਚਾਹਾਂਗਾ। ਇਹ ਹੈ ਸਾਡੇ ਕੋਲ ਸੰਸਕ੍ਰਿਤ ਦੀ ਪਰੰਪਰਾ, ਜਿਸ ਨਾਲ ਅਸੀਂ ਕਾਫੀ ਟੁੱਟ ਚੁੱਕੇ ਹਾਂ। ਦੂਜੀ ਸਾਡੇ ਕੋਲ ਸਿਲੇਬਸਾਂ ਦੇ ਵਿੱਚ ਲੱਗੇ ਹੋਏ ਅੰਗਰੇਜ਼ੀ ਨਾਟਕ ਨੇ, ਸ਼ੇਕਸਪੀਅਰ ਤੇ ਮਾਰਲੋ। ਲੇਕਿਨ ਮੰਦੇ ਭਾਗਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸਾਡੇ ਕੋਲ ਸ਼ੇਕਸਪੀਅਰ ਪਹੁੰਚਦਾ, ਮਾਰਲੋ ਪਹੁੰਚਦੇ ਆ, ਜਾਂ ਹੈਨਰਿਕ ਇਬਸਨ ਵੀ ਪਹੁੰਚਦਾ, ਉਹ ਵੀ ਵਿਚਾਰੇ ਆਪਣਾ ਸਮਾਂ ਵਿਹਾ ਚੁੱਕੇ ਨੇ। ਇਹ ਵੀ ਬੜੀ ਕਮਜ਼ੋਰ ਪਰੰਪਰਾ ਹੈ। ਔਰ ਤੀਜੀ ਸਾਡੇ ਕੋਲ ਬਹੁਤ ਟੁੱਟੀ ਫੁੱਟੀ ਲੋਕ ਨਾਟਕ ਦੀ ਪਰੰਪਰਾ ਪਹੁੰਚੀ ਹੈ। ਭੰਡ ਤਮਾਸ਼ੇ, ਰਾਸ ਤੇ ਨਕਲਾਂ, ਪਟੜੀਆਂ, ਇਹ ਵੀ ਮਤਲਬ ਕਿ ਬਹੁਤ ਕਮਜ਼ੋਰ ਨੇ। ਭਾਵ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਸੰਭਾਵਨਾ ਨਹੀਂ ਹੈ ਕਿ ਕੋਈ ਵੀ ਆਪਣੇ ਤੌਰ ਦੇ ਉੱਤੇ ਨਾਟਕ ਕਲਾ ਨੂੰ ਜਨਮ ਦੇ ਸਕੇ। ਤੇ ਚੌਥੀ ਸਾਡੇ ਕੋਲ ਪਾਰਸੀ ਰੰਗਮੰਚ ਦੀ ਪਰੰਪਰਾ ਪਹੁੰਚੀ ਹੈ। ਇਹ ਵਪਾਰਕ ਪਰੰਪਰਾ ਹੈ, ਔਰ ਇਸ ਦੇ ਮੁੱਢਲੇ ਕੁਝ ਪੇਸ਼ਕਾਰੀਆਂ ਦੇ ਉੱਤੇ ਅਸ਼ਲੀਲ ਹੋਣ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ, ਉਹਨਾਂ ਉੱਪਰ ਕੁਝ ਦੋਸ਼ ਲੱਗਦੇ ਨੇ, ਜਿਸ ਕਰਕੇ ਇਹ ਵੀ ਪੰਜਾਬੀ ਨਾਟਕ ਦੇ ਵਿੱਚ ਕੋਈ ਰੰਗਮੰਚੀ ਪਰੰਪਰਾ ਬਣਨ ਦੀ ਸੰਭਾਵਨਾ ਨਹੀਂ ਸਿਰਜਦੀ। ਸਿਰਫ ਥੋੜੀ ਜਿਹੀ ਪ੍ਰੇਰਨਾ ਦੇ ਕੇ ਇਹ ਪਰੰਪਰਾ ਵੀ ਖਤਮ ਹੋ ਜਾਂਦੀ ਹੈ। ਤਾਂ ਕੁੱਲ ਮਿਲਾ ਕੇ ਪੰਜਾਬੀ ਨਾਟਕ ਇਹਨਾਂ 4 ਪਰੰਪਰਾਵਾਂ ਦੇ ਵਿੱਚੋਂ ਆਪਣੀ ਪਿੱਠ ਭੂਮੀ ਤਲਾਸ਼ਦਾ ਔਰ ਜ਼ਮੀਨ ਤਲਾਸ਼ਦਾ, ਜਿਹੜੀ ਜ਼ਮੀਨ ਉੱਤੇ ਖੜੇ ਹੋ ਕੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪੰਜਾਬੀ ਨਾਟਕਕਾਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। 1899 ਦੇ ਵਿੱਚ ਡਾਕਟਰ ਚਰਨ ਸਿੰਘ ਇੱਕ ਸੰਸਕ੍ਰਿਤ ਨਾਟਕ ਦਾ ਅਨੁਵਾਦ ਪ੍ਰਕਾਸ਼ਿਤ ਕਰਵਾਉਂਦੇ ਨੇ, ਤੇ ਉਹ ਦਾਅਵਾ ਕਰਦੇ ਨੇ ਕਿ ਅਨੁਵਾਦ ਦੀ ਇਹ ਪ੍ਰਕਿਰਿਆ ਇੰਨੀ ਕੁ ਸੱਜਰੀ ਤੇ ਇੰਨੀ ਕੁ ਨਿਵੇਕਲੀ ਹੈ ਕਿ ਇਸ ਨੂੰ ਪੰਜਾਬੀ ਦਾ ਪਹਿਲਾ ਨਾਟਕ ਮੰਨ ਲਿਆ ਜਾਣਾ ਚਾਹੀਦਾ। ਤਾਂ ਤੁਸੀਂ ਇਸ ਕਥਨ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਸੁਚੇਤ ਰੂਪ ਵਿੱਚ ਪੰਜਾਬੀ ਦਾ ਪਹਿਲਾ ਨਾਟਕ ਲਿਖੇ ਜਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਸਨ। ਔਰ ਈਸ਼ਵਰ ਚੰਦਰ ਨੰਦਾ ਤੋਂ ਪਹਿਲਾਂ 5 ਨਾਟਕ ਜਿਹੜੇ ਨੇ ਉਹ ਲਿਖੇ ਜਾ ਚੁੱਕੇ ਨੇ। 1902 ਦੇ ਵਿੱਚ ਭਾਈ ਵੀਰ ਸਿੰਘ ਆਪਣਾ ਪਹਿਲਾ ਨਾਟਕ ਲਿਖਦੇ ਨੇ, ਜ਼ੈਨਾਂ ਦਾ ਵਿਰਲਾਪ। ਇਹ ਨਾਟਕ ਬਹੁਤ ਦੇਰ ਸਾਡੀਆਂ ਨਜ਼ਰਾਂ ਵਿੱਚ ਨਹੀਂ ਆਇਆ, ਕਿਉਂਕਿ ਇਹ ਨਾਟਕ ਉਹਨਾਂ ਨੇ ਬਤੌਰ ਨਾਟਕ ਪ੍ਰਕਾਸ਼ਿਤ ਨਹੀਂ ਸੀ ਕਰਵਾਇਆ, ਬਲਕਿ ਇਹ ਨਾਟਕ ਉਹਨਾਂ ਦੇ ਇੱਕ ਹੋਰ ਵਾਰਤਕ ਦੀ ਕਿਤਾਬ ਕਲਗੀਧਰ ਚਮਤਕਾਰ ਦੇ ਵਿੱਚ ਸ਼ਾਮਿਲ ਸੀ। ਸਿਰਫ 5-7 ਸਾਲ ਪਹਿਲਾਂ ਕੁਝ ਵਿਦਵਾਨ ਮਿੱਤਰਾਂ ਦੀ, ਡਾਕਟਰ ਰਵੇਲ ਸਿੰਘ ਹੋਰਾਂ ਦੀ ਇਹਦੇ ਉੱਪਰ ਨਜ਼ਰ ਪਈ, ਤੇ ਉਹ ਇਸ ਨੂੰ ਬਾਹਰ ਕੱਢ ਕੇ ਪ੍ਰਕਾਸ਼ਿਤ ਕਰਾਉਂਦੇ ਨੇ ਵੱਖਰੇ ਤਰੀਕੇ ਦੇ ਨਾਲ। ਹੁਣ ਇਹ ਨਾਟਕ ਜਿਹੜਾ ਹੈ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਹੈ, ਕਿਉਂਕਿ ਇਹ ਭਾਈ ਵੀਰ ਸਿੰਘ ਦੇ ਬਾਅਦ ਵਾਲੇ ਨਾਟਕ ਰਾਜਾ ਲਖਦਾਤਾ ਸਿੰਘ ਤੋਂ ਕਿਤੇ ਪ੍ਰਤਿਭਾਸ਼ਾਲੀ ਨਾਟਕ ਹੈ। ਰਾਜਾ ਲਖਦਾਤਾ ਸਿੰਘ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਨੇ ਕਿ ਉਹ ਨਾਟਕ ਬਹੁਤ ਜ਼ਿਆਦਾ ਪ੍ਰਚਾਰਕ ਰੁਚੀਆਂ ਵਾਲਾ ਤੇ ਸਿੱਖ ਧਰਮ ਦੇ ਆਸ਼ੇ ਦੇ ਉੱਪਰ ਫੋਕਸਡ ਔਰ ਬਹੁਤ ਜ਼ਿਆਦਾ ਵਾਰਤਕ ਨੁਮਾ ਨਾਟਕ ਹੈ। ਲੇਕਿਨ ਜ਼ੈਨਾਂ ਦਾ ਵਿਰਲਾਪ ਦੇ ਵਿੱਚ ਇਹੋ ਜਿਹੀ ਕੋਈ ਖਾਮੀ ਨਹੀਂ। ਕਮਾਲ ਦੀ ਗੱਲ ਹੈ ਕਿ ਇਹ ਨਾਟਕ ਕਵਿਤਾ ਦੇ ਵਿੱਚ ਹੈ, ਔਰ ਇਸ ਦਾ ਮਤਲਬ ਕਿ ਸਾਰੇ ਦਾ ਸਾਰਾ ਸਟਰਕਚਰ, ਇਹਦਾ ਨਾਟਕੀ ਉਸਾਰ, ਖਾਸ ਤੌਰ ਤੇ ਪਾਤਰ ਉਸਾਰੀ, ਪਾਤਰਾਂ ਦੇ ਆਪਸੀ ਦਵੰਦ, ਉਹਨਾਂ ਦੇ ਰਿਸ਼ਤੇ,
ਬਹੁਤ ਕਮਾਲ ਦੇ ਤਰੀਕੇ ਨਾਲ ਨਿਖੜ ਕੇ ਸਾਹਮਣੇ ਆਏ ਨੇ। 1902 ਵਿੱਚ ਲਿਖੇ ਇਸ ਨਾਟਕ ਨੂੰ ਅਸੀਂ ਕਿਸੇ ਵੀ ਤਰੀਕੇ ਪੰਜਾਬੀ ਨਾਟਕ ਦੇ ਇਤਿਹਾਸ ਵਿੱਚੋਂ ਰੱਦ ਨਹੀਂ ਕਰ ਸਕਦੇ। ਇਸ ਤੋਂ ਬਾਅਦ 1909 ਦੇ ਵਿੱਚ ਬਾਬਾ ਬੁੱਧ ਸਿੰਘ ਆਪਣਾ ਪਹਿਲਾ ਨਾਟਕ ਲਿਖਦੇ ਨੇ। ਬਾਬਾ ਬੁੱਧ ਸਿੰਘ ਦੀ ਵੀ ਮੁਸ਼ਕਲ ਉਹੀ ਹੈ, ਅਗਵਾਈ ਉਹਨਾਂ ਕੋਲ ਵੀ ਕੋਈ ਨਹੀਂ, ਸਿਖਲਾਈ ਉਹਨਾਂ ਕੋਲ ਵੀ ਕੋਈ ਨਹੀਂ, ਤੇ ਉਹਨਾਂ ਨੇ ਸ਼ਾਇਦ ਪਾਰਸੀ ਰੰਗਮੰਚ ਨੇੜੇ ਤੋਂ ਦੇਖਿਆ, ਜਿਸ ਕਾਰਨ ਉਹ ਪਾਰਸੀ ਰੰਗਮੰਚੀ ਸ਼ੈਲੀ ਦੇ ਵਿੱਚ ਆਪਣਾ ਪਹਿਲਾ ਨਾਟਕ ਲਿਖਦੇ ਨੇ ਚੰਦਰਹਾਰੀ। ਇਹ ਨਾਟਕ ਵੀ ਤੁਰੰਤ ਬਾਅਦ, ਇਹਦਾ ਪਹਿਲਾ ਐਡੀਸ਼ਨ ਤਾਂ ਬਹੁਤ ਸਫਲਤਾ ਨਾਲ ਵਿਕ ਜਾਂਦਾ, ਦੂਜੇ ਐਡੀਸ਼ਨ ਵੇਲੇ ਕੰਟਰੋਵਰਸੀ ਹੋ ਜਾਂਦੀ ਹੈ ਔਰ ਇਸ ਨਾਟਕ ਦੇ ਉੱਪਰ ਅਭਦਰ ਜਾਂ ਅਸ਼ਲੀਲ ਹੋਣ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਹਦੇ ਵਿੱਚ ਕੁਝ ਸਰੀਰਕ ਸੰਬੰਧਾਂ ਦੇ ਜਾਂ ਕੋਈ ਚੁੰਮਣ ਦਾ ਇੱਕ ਛੋਟਾ ਜਿਹਾ ਦ੍ਰਿਸ਼ ਹੈ, ਔਰ ਜਿਹੜਾ ਇਸ ਦਾ ਵਿਸ਼ਾ ਹੈ ਉਹ ਵੀ ਬਹੁਤ ਜ਼ਿਆਦਾ ਸਮਾਜ ਸੁਧਾਰਕਾਂ ਨੂੰ ਰਾਸ ਨਹੀਂ ਆਉਂਦਾ, ਜਿਸ ਕਾਰਨ ਜੇ ਸਾਡਾ ਹੀਰੋ ਹੈ ਇੱਕੋ ਹੀ ਵੇਲੇ ਦੋ ਵਿਆਹਾਂ ਦੇ ਵਿਚਕਾਰ ਫਸਿਆ ਹੋਇਆ ਹੈ, ਨਾ ਸਿਰਫ ਫਸਿਆ ਹੋਇਆ ਬਲਕਿ ਪ੍ਰਵਾਨਗੀ ਵੀ ਦਿੱਤੀ ਜਾ ਰਹੀ ਹੈ ਉਸ ਨੂੰ, ਜਿਸ ਕਾਰਨ ਇਹ ਜਿਹੜਾ ਨਾਟਕ ਸੀ ਇਹ ਵੱਡੇ ਵਿਵਾਦਾਂ ਦਾ ਸ਼ਿਕਾਰ ਹੁੰਦਾ ਹੈ ਔਰ ਇਹ ਪੰਜਾਬੀ ਨਾਟਕ ਦੇ ਲਈ ਬਾਅਦ ਦੇ ਵਿੱਚ ਇੱਕ ਡਰ ਬਣ ਜਾਂਦਾ ਹੈ। ਇਸ ਤੋਂ ਬਾਅਦ ਭਾਈ ਵੀਰ ਸਿੰਘ ਆਪਣਾ ਦੂਜਾ ਨਾਟਕ ਲਿਖਦੇ ਨੇ, ਰਾਜਾ ਲਖਦਾਤਾ ਸਿੰਘ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸੁਤੰਤਰ ਰਚਨਾ ਹੈ। ਇਹ ਨਾਟਕ ਸਿੱਖ ਸੁਧਾਰ ਭਾਵ ਸਿੱਖੀ ਜੀਵਨ ਦੇ ਵਿੱਚ ਜੋ ਨੈਤਿਕ ਨਿਘਾਰ ਆ ਚੁੱਕਿਆ ਹੈ ਉਸ ਦੇ ਸੁਧਾਰ ਦੇ ਆਸ਼ੇ ਨਾਲ ਸੰਬੰਧਿਤ ਨਾਟਕ ਹੈ। ਔਰ ਇਸ ਨਾਟਕ ਦੀ ਖਾਸੀਅਤ ਇਹ ਹੈ ਕਿ ਇਹ ਸੰਸਕ੍ਰਿਤ ਸ਼ੈਲੀ ਦੇ ਬਹੁਤ ਨੇੜੇ ਹੈ। ਲੋਕ ਨਾਟਕ ਨਾਲ ਇਹਦਾ ਕੋਈ ਸੰਬੰਧ ਨਹੀਂ, ਪਰ ਜਿਹੋ ਜਿਹਾ ਇਹਦਾ ਪਲਾਟ ਹੈ ਜਿਸ ਦੇ ਵਿੱਚ ਨਾਇਕ ਜਿਹੜਾ ਹੈ ਭੇਸ ਬਦਲ ਕੇ ਘੁੰਮਦਾ ਹੈ, ਇਹੋ ਜਿਹੀਆਂ ਨਾਟ ਜੁਗਤਾਂ ਕਿਤੇ ਨਾ ਕਿਤੇ ਪਾਰਸੀ ਰੰਗਮੰਚ ਵਿੱਚ ਵੀ ਇਸਤੇਮਾਲ ਹੋਈਆਂ ਨੇ, ਲੇਕਿਨ ਉਨੀਆਂ ਕਿ ਜਿਹੜੀਆਂ ਸਿੱਧੀਆਂ ਸੰਸਕ੍ਰਿਤ ਨਾਟਕ ਵਿੱਚੋਂ ਆਈਆਂ ਨੇ, ਤੇ ਕਿਤੇ ਨਾ ਕਿਤੇ ਇਹ ਅੰਗਰੇਜ਼ੀ ਨਾਟਕ ਦੀ ਵੀ ਨਕਲ ਜਾਪਦਾ, ਭਾਵ ਮਾਡਲ ਉਸ ਮਾਡਲ ਨੂੰ ਅਪਣਾਉਂਦਾ ਹੋਇਆ ਨਜ਼ਰ ਆਉਂਦਾ, ਨਕਲ ਨਹੀਂ। ਇਸ ਤੋਂ ਬਾਅਦ ਸਾਡੇ ਕੋਲ ਦੋ ਨਾਟਕ ਹੋਰ ਆਉਂਦੇ ਨੇ, ਜਿਨ੍ਹਾਂ ਵਿੱਚੋਂ 1911 ਦੇ ਵਿੱਚ ਅਰੂੜ ਸਿੰਘ ਤਾਇਬ ਦਾ ਸੁੱਕਾ ਸਮੁੰਦਰ, ਔਰ ਇਸ ਤੋਂ ਬਾਅਦ ਬੈਰਿਸਟਰ ਗੁਰਬਖਸ਼ ਸਿੰਘ ਦਾ ਮਨਮੋਹਨ ਨਾਟਕ, ਔਰ ਇਹ ਨਾਟਕ ਵੀ ਦੋਨੋਂ ਸੁਧਾਰ ਦੇ ਆਸ਼ੇ ਨੂੰ ਸਮਰਪਿਤ ਨੇ। ਸੋ ਕੁੱਲ ਮਿਲਾ ਕੇ ਈਸ਼ਵਰ ਚੰਦਰ ਨੰਦੇ ਤੋਂ ਪਹਿਲਾਂ ਦੀ ਸਥਿਤੀ ਇਹ ਹੈ ਕਿ 5 ਪੰਜਾਬੀ ਨਾਟਕ ਲਿਖੇ ਜਾ ਚੁੱਕੇ ਨੇ। ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿ ਜੇ ਈਸ਼ਵਰ ਚੰਦਰ ਨੰਦੇ ਤੋਂ ਪਹਿਲਾਂ 5 ਨਾਟਕ ਲਿਖੇ ਜਾ ਚੁੱਕੇ ਸਨ, ਤੇ ਮੇਰੇ ਹਿਸਾਬ ਨਾਲ ਉਹਨਾਂ ਵਿੱਚੋਂ ਘੱਟੋ ਘੱਟ 1-2 ਨਾਟਕ ਜਿਹੜੇ ਨੇ ਉਹ ਬਹੁਤ ਪ੍ਰਤਿਭਾਸ਼ਾਲੀ ਨਾਟਕ ਵੀ ਨੇ, ਫਿਰ ਇਹ 5 ਨਾਟਕ ਪੰਜਾਬੀ ਨਾਟਕ ਦੇ ਇਤਿਹਾਸ ਦੇ ਵਿੱਚੋਂ ਖਾਰਜ ਕਿਉਂ ਕਰ ਦਿੱਤੇ ਗਏ? ਪੰਜਾਬੀ ਨਾਟ ਚਿੰਤਨ ਨੇ ਇਹਨਾਂ ਨੂੰ ਅਣਗੌਲਿਆ ਕਿਉਂ ਕੀਤਾ? ਖਾਸ ਤੌਰ ਤੇ ਪੰਜਾਬੀ ਨਾਟਕ ਦੇ ਜਨਮ ਦੇ ਵਿੱਚ ਇਹਨਾਂ ਦਾ ਕੋਈ ਜ਼ਿਕਰ ਨਹੀਂ, ਇਹਨਾਂ ਨੂੰ ਬਿਲਕੁਲ ਹੀ ਪਾਸੇ ਰੱਖ ਦਿੱਤਾ ਗਿਆ। ਕੀ ਇਹਨਾਂ ਦੀ ਪੰਜਾਬੀ ਨਾਟਕ ਦੇ ਜਨਮ ਵਿੱਚ ਕੋਈ ਭੂਮਿਕਾ ਨਹੀਂ? ਪਹਿਲਾਂ ਤਾਂ ਇਹ ਵੇਖਣਾ ਪਏਗਾ ਕਿ ਇਹਨਾਂ ਨਾਟਕਾਂ ਦੀਆਂ ਅਜਿਹੀਆਂ ਕਿਹੜੀਆਂ ਸੀਮਾਵਾਂ ਸਨ ਜਿਨ੍ਹਾਂ ਦੇ ਚੱਲਦੇ ਪੰਜਾਬੀ ਨਾਟ ਚਿੰਤਨ ਨੇ ਇਹਨਾਂ ਨੂੰ ਤਵੱਜੋ ਨਹੀਂ ਦਿੱਤੀ। ਪਹਿਲੀ ਹੈ ਇਹਨਾਂ ਦੀ ਬੋਲੀ। ਇਹ ਨਾਟਕ ਇੱਕ ਅਜਿਹੀ ਬੋਲੀ ਵਿੱਚ ਲਿਖੇ ਗਏ ਨੇ ਜਿਹੜੇ ਸਪਸ਼ਟ ਰੂਪ ਦੇ ਵਿੱਚ ਇਹ ਸੁਨੇਹਾ ਦਿੰਦੇ ਨੇ ਕਿ ਇਹ ਰੰਗਮੰਚ ਲਈ ਲਿਖੇ ਨਹੀਂ ਗਏ। ਇਹਨਾਂ ਨੂੰ ਲਿਖਣ ਵਾਲੇ ਰੰਗਮੰਚੀ ਮਾਡਲ ਨੂੰ ਅਪਣਾ ਨਹੀਂ ਰਹੇ। ਉਹਨਾਂ ਨੂੰ ਪਤਾ ਹੈ ਕਿ ਇਹ ਨਾਟਕ ਮੰਚਿਤ ਨਹੀਂ ਹੋਣੇ, ਕਿਉਂਕਿ ਨਿਰਦੇਸ਼ਕ ਉਹਨਾਂ ਕੋਲੇ ਹੈ ਨਹੀਂ, ਖੁਦ ਉਹਨਾਂ ਨੂੰ ਰੰਗਮੰਚ ਦਾ ਅਨੁਭਵ ਨਹੀਂ। ਤਾਂ ਨਾਟਕ ਲਿਖਣ ਵਾਲੇ ਇਹਨਾਂ ਨੂੰ ਵਿਸ਼ੁੱਧ ਪਾਠਕ ਦੇ ਨਜ਼ਰੀਏ ਤੋਂ ਲਿਖ ਰਹੇ ਨੇ। ਤਾਂ ਇਹਨਾਂ ਦੀ ਬੋਲੀ ਜਿਹੜੀ ਹੈ ਉਹ ਕਿਹੜੇ ਪਾਠਕ ਦੀ ਬੋਲੀ ਹੈ? ਉਹੀ ਜਿਸ ਨੇ ਇਹਨਾਂ ਨਾਟਕਾਂ ਨੂੰ ਸਿਲੇਬਸ ਦੇ ਰਾਹੀਂ ਪੜ੍ਹਨਾ, ਕਿਉਂਕਿ ਇਸ ਵੇਲੇ ਤੱਕ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਗਿਆਨੀ ਦਾ ਕੋਰਸ ਸ਼ੁਰੂ ਹੋ ਚੁੱਕਿਆ ਸੀ, ਔਰ ਗਿਆਨੀ ਦੇ ਕੋਰਸ ਵਿੱਚ ਨਾਟਕ ਲੱਗ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਸੀ। ਔਰ ਜਾਂ ਨਾਟਕ ਛਪਦੇ ਸਨ, ਵਿਕ ਜਾਂਦੇ ਸਨ, ਕੁਝ ਲੋਕ ਇਹਨਾਂ ਨੂੰ ਖਰੀਦ ਲੈਂਦੇ ਸਨ, ਭਾਵੇਂ ਉਹ ਫੈਸ਼ਨ ਵਜੋਂ ਪੜ੍ਹਦੇ ਸਨ। ਇਸ ਵੇਲੇ ਅੰਗਰੇਜ਼ਾਂ ਦੀ ਦੇਖਾ ਦੇਖੀ ਜਿਹੜੀ ਮਿਡਲ ਕਲਾਸ ਪੈਦਾ ਹੋਈ ਸੀ, ਉਹ ਮਾੜੀਆਂ ਚੀਜ਼ਾਂ ਤਾਂ ਅੰਗਰੇਜ਼ਾਂ ਤੋਂ ਸਿੱਖ ਹੀ ਰਹੀ ਸੀ, ਪਰ ਕੁਝ ਚੰਗਾ ਵੀ ਸਿੱਖ ਰਹੀ ਸੀ, ਜਿਨ੍ਹਾਂ ਵਿੱਚੋਂ ਸਾਹਿਤ ਪੜ੍ਹਨਾ ਇੱਕ ਸੀ। ਤਾਂ ਇਹਨਾਂ 4 ਨਾਟਕਕਾਰਾਂ ਕੋਲ ਆਪਣੇ ਨਾਟਕ ਲਿਖਣ ਦਾ ਇੱਕ ਮਨੋਰਥ ਇਹ ਸੀ ਕਿ ਇਹ ਪੜ੍ਹੇ ਜਾਣਗੇ। ਤਾਂ ਨਾ ਉਹ ਰੰਗਮੰਚੀ ਪੱਧਰ ਤੇ, ਨਾ ਉਹ ਬੋਲੀ ਦੇ ਪੱਧਰ ਤੇ ਉਸ ਪੜ੍ਹੇ ਲਿਖੇ ਦਰਸ਼ਕ ਕੋਲੋਂ ਟੁੱਟਣ ਦੀ ਉਮੀਦ ਨਹੀਂ ਸੀ ਕਰ ਰਹੇ। ਉਹ ਸੰਭਾਵਨਾ ਵੀ ਨਹੀਂ ਸੀ ਵਿਚਾਰਦੇ, ਉਹ ਬਿਲਕੁਲ ਸਮਝੋ ਕਿ ਡਰ ਕੇ ਲਿਖ ਰਹੇ ਸਨ। ਹੁਣ ਰੰਗਮੰਚ ਦਾ ਅਨੁਭਵ ਨਹੀਂ ਹੈ, ਕਿਸੇ ਕੋਲ ਵੀ ਨਹੀਂ ਹੈ। ਹਾਲਾਂਕਿ ਬਾਬਾ ਬੁੱਧ ਸਿੰਘ ਦੇ ਨਾਟਕ ਦੇ ਵਿੱਚੋਂ ਕਿਤੇ ਨਾ ਕਿਤੇ ਰੰਗਮੰਚ ਨਜ਼ਰ ਆਉਂਦਾ, ਜੈਨਾਂ ਦੇ ਵਿਰਲਾਪ ਦੇ ਵਿੱਚ ਵੀ ਬਹੁਤ ਵੱਡਾ ਰੰਗਮੰਚੀ ਉਸਾਰ ਪਿਆ, ਪਰ ਕੁੱਲ ਮਿਲਾ ਕੇ ਇਹ ਰੰਗਮੰਚ ਨਾਲ ਸੰਬੰਧਿਤ ਲੋਕ ਨਹੀਂ ਨੇ। ਸੋ ਉਹ ਸੁਚੇਤ ਰੂਪ ਵਿੱਚ ਕਿਸੇ ਰੰਗਮੰਚੀ ਮਾਡਲ ਨੂੰ ਵੀ ਨਹੀਂ ਅਪਣਾਉਂਦੇ।
ਜੇ ਤੁਸੀਂ ਇਹਨਾਂ ਨਾਟਕਾਂ ਨੂੰ ਪੜ੍ਹੋਗੇ ਤਾਂ ਇਹਨਾਂ ਦੀ ਐਕਟ ਵੰਡ ਜਾਂ ਦ੍ਰਿਸ਼ ਵੰਡ ਇਸ ਤਰੀਕੇ ਨਾਲ ਹੋਈ ਹੈ, ਜਿਹੋ ਜੀ ਕਿ ਅਸੀਂ ਸ਼ੇਕਸਪੀਅਰ ਦੇ ਨਾਟਕਾਂ ਵਿੱਚ ਪੜ੍ਹੀ ਹੈ ਜਾਂ ਅਸੀਂ ਸੰਸਕ੍ਰਿਤ ਨਾਟਕ ਵਿੱਚੋਂ ਪੜ੍ਹੀ ਹੈ। ਭਾਵ ਇਹ ਨਾਟਕਕਾਰ ਲਿਖਣ ਦੀ ਪ੍ਰੇਰਨਾ ਜਾਂ ਤਕਨੀਕ ਜਿਹੜੀ ਹੈ ਉਹ ਪੜ੍ਹੇ ਹੋਏ ਨਾਟਕ ਦੇ ਵਿੱਚੋਂ ਲੈ ਕੇ ਆ ਰਹੇ ਨੇ। ਸੋ ਇਹਨਾਂ ਨਾਟਕਾਂ ਵਿੱਚੋਂ ਰੰਗਮੰਚੀ ਮਾਡਲ ਗਾਇਬ ਹੈ ਔਰ ਇਹਨਾਂ ਦੀ ਬੋਲੀ ਜਿਹੜੀ ਹੈ ਉਹ ਬਹੁਤ ਪੜ੍ਹੇ ਲਿਖੇ ਵਰਗ ਨੂੰ ਸਮਰਪਿਤ ਹੈ। ਇਹ ਇਹਨਾਂ ਨਾਟਕਕਾਰਾਂ ਦੀ ਬਹੁਤ ਵੱਡੀ ਭੂਮਿਕਾ ਸੀਮਾ ਹੈ। ਇਹ ਇਲਜ਼ਾਮ ਨਹੀਂ ਹੈ ਕਿ ਇਹ ਨਾਟਕ ਕਦੇ ਰੰਗਮੰਚੀ ਨਹੀਂ ਹੋਏ, ਰੰਗਮੰਚ ਤੇ ਖੇਡੇ ਨਹੀਂ ਗਏ। ਇਸ ਇਲਜ਼ਾਮਾਂ ਦੇ ਤਹਿਤ ਇਹਨਾਂ ਨਾਟਕਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਪੰਜਾਬੀ ਦੇ ਵਿੱਚ ਕੁੱਲ 1500 ਦੇ ਕਰੀਬ ਜੇ ਨਾਟਕ ਲਿਖਿਆ ਗਿਆ ਹੈ ਤਾਂ 700-800 ਦੇ ਕਰੀਬ ਨਾਟਕ ਅਜਿਹਾ ਤੁਹਾਨੂੰ ਮੈਂ ਗਿਣਾ ਸਕਦਾ ਜਿਹੜਾ ਕਦੇ ਰੰਗਮੰਚ ਤੇ ਖੇਡਿਆ ਨਹੀਂ ਗਿਆ। ਔਰ ਇਹ ਸਧਾਰਨ ਇੱਦਾਂ ਕਹੋ ਕਿ ਇਹ ਆਮ ਲੇਖਕਾਂ ਦਾ ਨਹੀਂ, ਇਹਦੇ ਵਿੱਚ ਵੱਡੇ ਵੱਡੇ ਲੇਖਕਾਂ ਦੇ ਨਾਟਕ ਵੀ ਸ਼ਾਮਿਲ ਨੇ। ਬਲਵੰਤ ਗਾਰਗੀ ਦੇ ਨਾਟਕ ਸ਼ਾਮਿਲ ਨੇ, ਇਹਦੇ ਵਿੱਚ ਆਤਮਜੀਤ ਦਾ ਇੱਕ ਨਾਟਕ ਸ਼ਾਮਿਲ ਹੈ, ਇਹਦੇ ਵਿੱਚ ਹੋਰ ਵੀ ਕਈ ਲੇਖਕਾਂ ਦੇ ਨਾਟਕ ਸ਼ਾਮਿਲ ਨੇ ਜਿਨ੍ਹਾਂ ਦੇ ਨਾਟਕ ਕਦੇ ਵੀ ਸਟੇਜ ਨਹੀਂ ਹੋਏ। ਸੰਤ ਸਿੰਘ ਸੇਖੋਂ ਦੇ ਨਾਟਕ ਤਾਂ ਜਮਾਂ ਹੀ ਨਹੀਂ ਹੋਏ, ਕੋਈ ਇੱਕਾ ਦੁੱਕਾ ਹੋਇਆ ਹੋਏਗਾ। ਇਸ ਦੇ ਬਾਵਜੂਦ ਵੀ ਅਸੀਂ ਉਸ ਨੂੰ ਬਹੁਤ ਵੱਡੇ ਨਾਟਕਕਾਰ ਦੀ ਪਦਵੀ ਦਿੱਤੀ ਰੱਖੀ ਹੈ ਹੁਣ ਤੱਕ। ਸੋ ਇਸ ਦੋਸ਼ ਤਹਿਤ ਤੁਸੀਂ ਇਹਨਾਂ 5 ਨਾਟਕਾਂ ਨੂੰ ਰੱਦ ਨਹੀਂ ਕਰ ਸਕਦੇ। ਈਸ਼ਵਰ ਚੰਦਰ ਭਾਈ ਵੀਰ ਸਿੰਘ ਦੇ ਨਾਟਕ ਰਾਜਾ ਲਖਦਾਤਾ ਨੂੰ ਤੁਸੀਂ ਇਸ ਕਰਕੇ ਵੀ ਰੱਦ ਨਹੀਂ ਕਰ ਸਕਦੇ ਕਿ ਉਹ ਪ੍ਰਚਾਰ ਕਰ ਰਿਹਾ ਸਿੱਖ ਧਰਮ ਦਾ। ਨਾਟਕਾਂ ਰਾਹੀਂ, ਨਾਟਕ ਕਲਾ ਦੇ ਰਾਹੀਂ ਪ੍ਰਚਾਰ ਆਮ ਹੁੰਦੇ ਨੇ ਔਰ ਇਹ ਖੱਬੇ ਪੱਖੀ ਧਿਰ ਜਿਹੜੇ ਕਿ ਅਸੀਂ ਕਹਿ ਦਿੰਦੇ ਹਾਂ ਕਿ ਸਾਹਿਤਕ ਪੱਖੋਂ ਬਹੁਤ ਜ਼ਿਆਦਾ ਸੂਝ ਵਾਲੇ ਲੋਕ ਹੁੰਦੇ ਨੇ, ਉਹਨਾਂ ਦੇ ਨਾਟਕਾਂ ਵਿੱਚ ਵੀ ਬਹੁਤ ਪ੍ਰਚਾਰ ਹੈ। ਸੰਤ ਸਿੰਘ ਸੇਖੋਂ ਦੇ ਨਾਟਕਾਂ ਦੇ ਵਿੱਚ ਪ੍ਰਚਾਰ ਪਿਆ ਹੈ। ਪੂਰੀ ਦੀ ਪੂਰੀ ਗੁਰਸ਼ਰਨ ਭਾਜੀ ਦੀ ਜਿੰਨਾ ਥੀਏਟਰ ਹੈ ਸਾਰਾ ਪ੍ਰਚਾਰ ਮੁਖੀ ਨਾਟਕ ਹੈ। ਬਲਵੰਤ ਗਾਰਗੀ ਨੇ ਪ੍ਰਚਾਰ ਦੇ ਪੱਖੋਂ ਇੱਕ ਨਾਟਕ ਲਿਖਿਆ ਔਰ ਜਿਹੜਾ ਮੈਂ ਸਮਝਦਾ ਪੰਜਾਬੀ ਨਾਟਕ ਦੇ ਵਿੱਚ ਪ੍ਰਚਾਰ ਦੀ ਸਿਖਰ ਹੈ, ਸੈਲ ਪੱਥਰ। ਤੁਸੀਂ ਉਹ ਪੜ੍ਹੋ, ਉਹਦੇ ਕਿੰਨੇ ਹੀ ਸੰਵਾਦ ਅਜਿਹੇ ਨੇ ਜਿਨ੍ਹਾਂ ਵਿੱਚ ਨੰਗਾ ਚਿੱਟਾ ਪ੍ਰਚਾਰ ਮਾਰਕਸਵਾਦੀ ਵਿਚਾਰਾਂ ਦਾ, ਖੱਬੇ ਪੱਖੀ ਵਿਚਾਰਾਂ ਦਾ ਹੋ ਰਿਹਾ। ਸੋ ਪ੍ਰਚਾਰ ਦੇ ਤਹਿਤ ਤੁਸੀਂ ਰੱਦ ਨਹੀਂ ਕਰ ਸਕਦੇ। ਔਰ ਬਾਬਾ ਬੁੱਧ ਸਿੰਘ ਦਾ ਨਾਟਕ ਜਿਹੜਾ ਹੈ ਚੰਦਰ ਹਰੀ, ਉਹ ਇਸ ਕਰਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਉਹਦੇ ਵਿੱਚ ਜਿਸਮਾਨੀ ਸੰਬੰਧਾਂ ਬਾਰੇ ਗੱਲਾਂ ਨਹੀਂ ਜਾਂ ਇੱਕ ਦਾ ਚੁੰਮਣ ਦਾ ਦ੍ਰਿਸ਼ ਹੈ। ਬਾਅਦ ਦੇ ਵਿੱਚ ਗਾਰਗੀ ਨੇ ਜਿਸ ਪੱਧਰ ਤੇ ਜਾ ਕੇ ਜਿਸਮਾਨੀ ਸੰਬੰਧਾਂ ਨੂੰ ਆਪਣਾ ਵਿਸ਼ਾ ਬਣਾਇਆ, ਅਸੀਂ ਜਾਣਦੇ ਹਾਂ ਕਿ ਗਾਰਗੀ ਨੂੰ ਇਸੇ ਕਰਕੇ ਅਸੀਂ ਮਹਾਨ ਨਾਟਕਕਾਰ ਮੰਨਿਆ ਕਿ ਉਸਨੇ ਔਰਤ ਮਰਦ ਦੇ ਰਿਸ਼ਤੇ ਵਿੱਚ ਕਾਮ ਦੇ ਪਸਾਰ ਨੂੰ ਬਹੁਤ ਨਵੇਂ ਤਰੀਕੇ ਨਾਲ ਪੇਸ਼ ਕੀਤਾ, ਮਨੋਵਿਗਿਆਨਿਕ ਤਰੀਕੇ ਨਾਲ ਪੇਸ਼ ਕੀਤਾ। ਸੋ ਇਸ ਆਧਾਰ ਦੇ ਉੱਪਰ ਵੀ ਬਾਬਾ ਬੁੱਧ ਸਿੰਘ ਦਾ ਚੰਦਰ ਹਰੀ ਰੱਦ ਨਹੀਂ ਹੋ ਸਕਦਾ। ਸਾਡੇ ਕੋਲ ਈਸ਼ਵਰ ਚੰਦਰ ਨੰਦਾ ਦੇ ਮੁਕਾਬਲੇ ਇਹ 5 ਨਾਟਕ ਰੱਦ ਕਰਨ ਦਾ ਸਿਰਫ ਇੱਕੋ ਹੀ ਆਧਾਰ ਹੈ ਔਰ ਇਸ ਆਧਾਰ ਉੱਤੇ ਪੰਜਾਬੀ ਦਾ ਅੱਧਾ ਨਾਟਕ ਰੱਦ ਹੋ ਸਕਦਾ ਹੈ। ਉਹ ਇਹ ਕਿ ਇਹਨਾਂ ਨਾਟਕ ਦੇ ਵਿੱਚ ਕੋਈ ਰੰਗਮੰਚੀ ਅਨੁਭਵ ਨਹੀਂ ਪਿਆ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਇਹਨਾਂ 4 ਨਾਟਕਕਾਰਾਂ ਦੀ ਕਮਜ਼ੋਰੀ ਹੈ, ਇਹ ਉਹਨਾਂ ਦੀ ਮਜਬੂਰੀ ਹੈ। ਇਸ ਵੇਲੇ ਤੱਕ ਪੰਜਾਬੀ ਰੰਗਮੰਚ ਹੋ ਹੀ ਨਹੀਂ ਸੀ ਰਿਹਾ। ਪੰਜਾਬ ਦੇ ਲੋਕਾਂ ਨੂੰ ਰੰਗਮੰਚ ਦਾ ਅਨੁਭਵ ਨਹੀਂ ਸੀ, ਉਹਨਾਂ ਨੂੰ ਨਾਟਕ ਦਾ ਅਨੁਭਵ ਸੀ। ਉਹ ਨਾਟਕ ਪੜ੍ਹ ਰਹੇ ਸਨ, ਉਹ ਨਾਟਕ ਪੜ੍ਹ ਕੇ ਲਿਖ ਸਕਦੇ ਸਨ। ਪੜ੍ਹ ਕੇ ਤੁਸੀਂ ਨਾਟਕ ਲਿਖ ਸਕਦੇ ਹੋ। ਜੇ ਰੰਗਮੰਚ ਤੇ ਖੇਡਣਾ ਤਾਂ ਉਹ ਤੁਹਾਨੂੰ ਪਹਿਲਾਂ ਖੇਡਣਾ ਸਿੱਖਣਾ ਵੀ ਪਏਗਾ। ਈਸ਼ਵਰ ਚੰਦਰ ਨੰਦੇ ਦੇ ਕੋਲ ਮੰਦੇ ਚੰਗੇ ਭਾਗਾਂ ਨੂੰ ਇਹ ਮੌਕਾ ਹੈ। ਉਹ ਕਾਲਜ ਪੜ੍ਹਦੇ ਆ ਨੌਰਾ ਰਿਚਰਡ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਔਰ ਉਹਨਾਂ ਦੇ ਨਾਲ ਮੰਚ ਦੇ ਉੱਤੇ ਕੁਝ ਪੇਸ਼ਕਾਰੀਆਂ ਕਰਦਾ ਹੈ। ਤਾਂ ਇੱਕ ਤਰੀਕੇ ਦੇ ਨਾਲ ਉਹਦੇ ਕੋਲ ਰੰਗਮੰਚੀ ਅਨੁਭਵ ਹੈ ਜਿਹੜਾ ਕਿ ਉਸਦੇ ਪੂਰਵਵਰਤੀਆਂ ਕੋਲ ਨਹੀਂ ਹੈ। ਜੇ ਹੁੰਦਾ ਤਾਂ ਸ਼ਾਇਦ ਉਹ ਜਿਹੋ ਜਿਹਾ ਮਰਜ਼ੀ ਨਾਟਕ ਲਿਖਦੇ, ਭਾਵੇਂ ਇਹੀ 4 ਨਾਟਕ ਸਟੇਜ ਤੇ ਖੇਡ ਲੈਂਦੇ, ਅਸੀਂ ਪੰਜਾਬੀ ਨਾਟਕ ਦਾ ਇਤਿਹਾਸ ਉਹਨਾਂ ਤੋਂ ਆਰੰਭ ਕਰ ਰਹੇ ਹੁੰਦੇ। ਪਰ ਇੱਥੋਂ ਤੱਕ ਦੇ ਸਾਰੇ ਮੇਰੇ ਇਸ ਪ੍ਰਵਚਨ ਦਾ ਮਕਸਦ ਪੰਜਾਬੀ ਨਾਟਕ ਦੇ ਜਨਮ ਵਿੱਚੋਂ ਨੌਰਾ ਜਾਂ ਨੰਦੇ ਦਾ ਮਹੱਤਵ ਘਟਾ ਕੇ ਦੇਖਣਾ ਬਿਲਕੁਲ ਨਹੀਂ ਹੈ। ਨਹੀਂ, ਨੰਦੇ, ਈਸ਼ਵਰ ਚੰਦਰ ਨੰਦੇ ਨੇ ਜਿਸ ਕਿਸਮ ਦੇ ਪੰਜਾਬੀ ਨਾਟਕ ਨੂੰ ਜਨਮ ਦਿੱਤਾ ਉਹ ਉਹੀ ਹੈ ਜਿਹਦੇ ਉੱਤੇ ਬਾਅਦ ਦੇ ਵਿੱਚ 100 ਸਾਲ ਦਾ ਪੰਜਾਬੀ ਨਾਟਕ ਖੜਾ ਹੈ। ਈਸ਼ਵਰ ਚੰਦਰ ਨੰਦੇ ਤੇ ਉਸ ਦੇ ਪੂਰਵਵਰਤੀਆਂ ਵਿੱਚ ਇੱਕ ਸਪਸ਼ਟ ਫਰਕ ਹੈ, ਉਹ ਰੰਗਮੰਚੀ ਮਾਡਲ ਦਾ। ਈਸ਼ਵਰ ਚੰਦਰ ਨੰਦੇ ਨੂੰ ਜਦੋਂ ਨੌਰਾ ਰਿਚਰਡ ਦੇ ਵੱਲੋਂ ਇਹ ਚੁਣੌਤੀ ਮਿਲਦੀ ਹੈ ਕਿ ਤੂੰ ਆਪਣੀ ਭਾਸ਼ਾ ਵਿੱਚ ਨਾਟਕ ਲਿਖ, ਤਾਂ ਇੱਥੇ ਈਸ਼ਵਰ ਚੰਦਰ ਨੰਦਾ ਜਿਹੜਾ ਸਭ ਤੋਂ ਵਧੀਆ ਕੰਮ ਕਰਦਾ ਹੈ ਕਿ ਉਹ ਉਸ ਬੋਲੀ ਦੇ ਵਿੱਚ ਨਾਟਕ ਲਿਖਦਾ ਹੈ ਜਿਹੜੀ ਆਮ ਲੋਕਾਂ ਦੀ ਬੋਲੀ ਹੈ, ਜਿਸ ਨੂੰ ਆਮ ਪਿੰਡਾਂ ਦੇ ਲੋਕ ਬੋਲਦੇ ਨੇ। ਭਾਵ ਉਹ ਐਲੀਟ ਕਲਾਸ ਦੇ ਵਿੱਚ, ਲੋਕਾਂ ਦੇ ਵਿੱਚ ਨਹੀਂ ਫਸਦਾ। ਉਹ ਇਹ ਨਹੀਂ ਸੋਚਦਾ ਕਿ ਮੇਰਾ ਜਿਹੜਾ ਨਾਟਕ ਹੈ ਉਹ ਸਿਰਫ ਪੜ੍ਹਿਆ ਜਾਏਗਾ ਤੇ ਮੈਂ ਇਸ ਦੇ ਵਿੱਚ ਸੁਧਾਰ ਉਸ ਦਾ ਵੀ ਵਿਸ਼ਾ ਹੈ, ਲੇਕਿਨ ਉਹ ਅਜਿਹਾ ਨਾਟਕ ਨਹੀਂ ਲਿਖ ਰਿਹਾ ਜਿਹੜਾ ਸਿਰਫ ਪੜ੍ਹਨ ਲਈ ਹੋਵੇ। ਉਹ ਸੁਚੇਤ ਰੂਪ ਵਿੱਚ ਇੱਕ ਰੰਗਮੰਚੀ ਮਾਡਲ ਦਾ ਨਾਟਕ ਲਿਖ ਰਿਹਾ। ਹਾਲਾਂਕਿ ਚਾਹੁੰਦਾ ਤਾਂ ਜਦੋਂ ਚੈਲੰਜ ਤਾਂ ਸਿਰਫ ਆਪਣੀ ਬੋਲੀ ਵਿੱਚ ਨਾਟਕ ਲਿਖਣ ਦਾ ਸੀ, ਪਰ ਨੰਦਾ ਜਾਣਦਾ ਸੀ ਨੌਰਾ ਰਿਚਰਡ ਬੇਸਿਕਲੀ ਰੰਗਮੰਚ ਦੀ ਅਦਾਕਾਰ, ਰੰਗਮੰਚ ਦੀ ਨਿਰਦੇਸ਼ਕ ਹੈ।
ਉਹ ਰੰਗ ਕਰਮੀ ਹੈ। ਉਸ ਨੂੰ ਕਦੇ ਵੀ ਅਜਿਹਾ ਨਾਟਕ ਨਹੀਂ ਚਾਹੀਦਾ ਜਿਹੜਾ ਕਿ ਖੇਡੇ ਜਾਣ ਲਈ ਨਾ ਲਿਖਿਆ ਗਿਆ ਹੋਵੇ। ਤਾਂ ਨੰਦੇ ਦੀ ਰੰਗਮੰਚੀ ਮਾਡਲ ਪ੍ਰਤੀ ਸੁਚੇਤਤਾ ਇਹ ਉਸ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ। ਇਹ ਉਸ ਦੇ ਅੰਦਰ ਸਭ ਤੋਂ ਵੱਡਾ ਵਾਧਾ ਹੈ। ਇੱਕ ਤਰੀਕੇ ਨਾਲ ਉਹ ਰਿਸਕ ਲੈ ਰਿਹਾ ਹੈ। ਉਹ ਇੱਕ ਅਜਿਹਾ ਨਾਟਕ ਲਿਖ ਰਿਹਾ ਜਿਹੜਾ ਕਿ ਰੰਗਮੰਚ ਦੀ ਵਸਤੂ ਹੈ। ਤੁਸੀਂ ਉਸ ਨਾਟਕ ਦੀ ਬੋਲੀ ਪੜ੍ਹੋ। ਜੇ ਇਹ ਸਿਰਫ ਪੜ੍ਹੇ ਜਾਣ ਲਈ ਲਿਖਿਆ ਹੁੰਦਾ ਤਾਂ ਸ਼ਾਇਦ ਇਹ ਕੋਈ ਪ੍ਰੈਸ ਛਾਪਦੀ ਵੀ ਨਾ। ਇਸ ਨਾਟਕ ਦਾ ਮਹੱਤਵ ਬਣਿਆ ਹੀ ਇਸ ਕਰਕੇ ਕਿਉਂਕਿ ਇਹ ਰੰਗਮੰਚੀ ਹੈ। ਔਰ ਬਾਅਦ ਦੇ ਵਿੱਚ ਨੌਰਾ ਰਿਚਰਡ ਨਾਲ ਮਿਲ ਕੇ ਜਦੋਂ ਇਸ ਨਾਟਕ ਦੀਆਂ ਪੇਸ਼ਕਾਰੀਆਂ ਹੁੰਦੀਆਂ ਨੇ ਤਾਂ ਇਹ ਉਹ ਬਿੰਦੂ ਹੈ ਜਿਸ ਬਿੰਦੂ ਤੋਂ ਪੰਜਾਬੀ ਨਾਟਕ ਨੂੰ ਆਪਣੀ ਵਿਕਾਸ ਦੀ ਦਿਸ਼ਾ ਮਿਲਦੀ ਹੈ। ਸੋ ਈਸ਼ਵਰ ਚੰਦਰ ਨੰਦੇ ਦਾ ਅਸਲੀ ਮਹੱਤਵ ਇਹ ਹੈ ਕਿ ਉਹ ਆਪਣੀ ਪਹਿਲੀ ਹੀ ਕੋਸ਼ਿਸ਼ ਦੇ ਵਿੱਚ ਪੰਜਾਬੀ ਨਾਟਕ ਨੂੰ ਰੰਗਮੰਚ ਤੇ ਚਾੜ ਦਿੰਦਾ ਹੈ, ਜਿਸ ਦੇ ਵਿੱਚ ਹੁਣ ਤੱਕ ਪਹਿਲੇ 4 ਨਾਟਕਕਾਰ ਅਸਫਲ ਰਹੇ ਨੇ। ਅਸੀਂ ਸਮਝ ਸਕਦੇ ਹਾਂ ਉਹਨਾਂ ਦੀਆਂ ਸੀਮਾਵਾਂ ਸਨ। ਉਹ ਰੰਗਮੰਚ ਦੇ ਬੰਦੇ ਨਹੀਂ ਸਨ, ਉਹ ਰੰਗਮੰਚ ਨਾਲ ਜੁੜੇ ਹੋਏ ਲੋਕ ਨਹੀਂ ਸਨ। ਨੰਦਾ ਸੀ, ਪਰ ਨੰਦੇ ਦੇ ਇਸ ਉਦਮ ਦਾ, ਨੰਦੇ ਦੀ ਇਸ ਕੋਸ਼ਿਸ਼ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬੀ ਅੰਦਰ ਸਹੀ ਮਾਇਨਿਆਂ ਦੇ ਵਿੱਚ ਰੰਗਮੰਚ ਦੀ ਪਰੰਪਰਾ ਦਾ ਆਗਾਜ਼ ਹੋ ਗਿਆ। ਨੰਦੇ ਦਾ ਨਾਟਕ ਅਜਿਹਾ ਪੰਜਾਬੀ ਨਾਟਕ ਹੈ ਜਿਹੜਾ ਪੰਜਾਬੀ ਦਰਸ਼ਕਾਂ ਤੇ ਜੀਵਨ ਨਾਲ ਜੁੜਿਆ ਹੋਇਆ ਨਾਟਕ ਹੈ। ਨੰਦਾ ਜਿਸ ਕਿਸਮ ਦੇ ਰੰਗਮੰਚ ਦਾ ਆਗਾਜ਼ ਕਰ ਰਿਹਾ ਨੌਰਾ ਰਿਚਰਡ ਨਾਲ ਮਿਲ ਕੇ, ਬਾਅਦ ਦੇ ਵਿੱਚ ਉਹੀ ਸਾਡੀ ਪਰੰਪਰਾ ਬਣਦਾ। ਬਾਅਦ ਦੇ ਵਿੱਚ ਉਹੀ ਅੱਜ ਤੱਕ ਸਾਨੂੰ ਇਸ ਸਾਰੇ ਸਫ਼ਰ ਤੱਕ ਵਿੱਚ ਲੈ ਕੇ ਆਉਂਦਾ। ਬਿਨਾਂ ਸ਼ੱਕ ਪੰਜਾਬੀ ਨਾਟਕ ਦੇ ਜਨਮ ਦੇ ਵਿੱਚ ਈਸ਼ਵਰ ਚੰਦਰ ਨੰਦੇ ਦੀ ਭੂਮਿਕਾ, ਉਸ ਦਾ ਮਹੱਤਵ ਬਹੁਤ ਵੱਡਾ ਹੈ, ਜਿਸ ਨੂੰ ਕਿਸੇ ਵੀ ਤਰੀਕੇ ਨਾਲ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਕੋਈ ਵੀ ਮਹਾਨ ਕੰਮ ਜਿਹੜਾ ਹੈ ਉਹ ਕਲਾ ਵਿੱਚੋਂ ਨਹੀਂ ਹੁੰਦਾ। ਉਹ ਪਹਿਲੀਆਂ ਬਹੁਤ ਸਾਰੀਆਂ ਅਸਫਲ ਕੋਸ਼ਿਸ਼ਾਂ ਦਾ ਸਿੱਟਾ ਹੁੰਦਾ। ਮੈਂ ਤਾਂ ਈਸ਼ਵਰ ਚੰਦਰ ਨੰਦੇ ਤੋਂ ਪਹਿਲਾਂ ਲਿਖੇ 5 ਨਾਟਕਾਂ ਨੂੰ ਅਸਫਲ ਕੋਸ਼ਿਸ਼ਾਂ ਵੀ ਨਹੀਂ ਗਿਣਦਾ। ਪਰ ਜੇ ਅਸੀਂ ਮੰਨ ਲਈਏ ਕਿ ਉਹ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕਾਂ ਜਿੰਨੇ ਸਮਰੱਥ ਤੇ ਪ੍ਰਤਿਭਾਵਾਨ ਨਾਟਕ ਨਹੀਂ, ਤਾਂ ਵੀ ਅਸੀਂ ਮੰਨ ਲਈਏ ਕਿਤੇ ਨਾ ਕਿਤੇ ਉਸ ਤੋਂ ਪਹਿਲਾਂ 30-40 ਸਾਲ ਜੋ ਲਾਹੌਰ ਦੇ ਆਸ-ਪਾਸ ਸਰਗਰਮੀਆਂ ਹੋ ਰਹੀਆਂ ਸਨ, ਤੇ ਭਾਵੇਂ ਬਹੁਤ ਕਮਜ਼ੋਰ ਰੂਪ ਦੇ ਵਿੱਚ ਸਾਡੇ ਕੋਲ 4 ਨਾਟ ਪਰੰਪਰਾਵਾਂ ਪਹੁੰਚੀਆਂ, ਉਹਨਾਂ ਤੋਂ ਬਿਨਾਂ ਨੰਦੇ ਤੋਂ ਪਹਿਲਾਂ ਜਿਹੜੇ ਨਾਟਕਕਾਰਾਂ ਨੇ ਨਾਟਕ ਲਿਖਣ ਦੀਆਂ ਕੋਸ਼ਿਸ਼ਾਂ ਕੀਤੀਆਂ, ਇਸ ਦੇ ਬਾਰੇ ਸੰਵਾਦ ਰਚਾਇਆ, ਜਾਂ ਜਿਹੜੀਆਂ ਨਾਟ ਮੰਡਲੀਆਂ ਉਸ ਵੇਲੇ ਨਾਟਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਿਨ੍ਹਾਂ ਬਾਰੇ ਖੁਦ ਨੌਰਾ ਰਿਚਰਡ ਨੇ ਵੀ ਲਿਖਿਆ ਕਿ ਇੱਕ ਨਾਟਕ ਇਸ਼ਕ ਦਾ ਫਟਿਆ ਇੰਪਰੋਵਾਈਜ਼ ਕੀਤਾ ਗਿਆ 1911-12 ਦੇ ਵਿੱਚ। ਉਹ ਪੰਜਾਬੀ ਨਾਟਕ ਸੀ, ਉਸ ਦੀ ਸਕ੍ਰਿਪਟ ਨਹੀਂ ਮਿਲਦੀ, ਤਾਂ ਕੁਝ ਲੋਕਾਂ ਨੇ ਮਿਲ ਕੇ ਇੱਕ ਨਾਟਕ ਇੰਪਰੋਵਾਈਜ਼ ਕੀਤਾ, ਕਮੇਡੀ ਨਾਟਕ ਇਸ਼ਕ ਦਾ ਫਟਿਆ। ਇੱਕ ਬੁੱਢੇ ਦੀ ਮੱਤ ਇਹੋ ਜਿਹੇ ਨਾਟਕ ਦਾ ਹਵਾਲਾ ਵੀ ਮਿਲਦਾ। ਭਾਵ ਨੰਦੇ ਤੋਂ ਪਹਿਲਾਂ ਆਸੇ-ਪਾਸੇ ਬਹੁਤ ਸਾਰੀਆਂ ਪੇਸ਼ਕਾਰੀਆਂ ਵੀ ਹੋ ਰਹੀਆਂ ਸਨ, ਕਿਤੇ ਨਾ ਕਿਤੇ ਨਾਟਕ ਲਿਖਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਸਨ। ਇਹ ਸਾਰੀਆਂ ਨੰਦੇ ਦੀ ਪਿੱਠ ਭੂਮੀ ਵਿੱਚ ਕਾਰਜਸ਼ੀਲ ਨੇ। ਕੁੱਲ ਮਿਲਾ ਕੇ ਪੰਜਾਬੀ ਨਾਟਕ ਇਹਨਾਂ ਸਾਰੇ ਪ੍ਰਭਾਵਾਂ ਦੀ ਉਪਜ ਹੈ।